ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਸਥਾਪਿਤ ਕੀਤਾ ਹੋਇਆ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਇਹ ਹੋਂਦ ਸਤਿਗੁਰਾਂ ਨੇ ਕਾਇਮ ਕੀਤੀ। ਤਖਤ ਦਾ ਸਿਰਜਣਾ ਦਿਵਸ ਸਤਿਗੁਰੂ ਜੀ ਦੇ ਇਸ ਪਾਵਨ ਸਥਾਨ ਤੇ ਸ਼ਰਧਾ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ੇਸ਼ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਰੋਜ਼ ਲੜੀਵਾਰ ਕਥਾ ਹੁੰਦੀ ਹੈ। ਦੀਨ ਦਿਆਲ ਸਤਿਗੁਰੂ ਜੀ ਨੇ ਦੁਸ਼ਟ ਚੰਦੂ ਨੂੰ ਕਿਵੇਂ ਪਕੜਿਆ ਏ। ਦਿੱਲੀ ਦੇ ਸਿੱਖਾਂ ਨੇ ਚੰਦੂ ਦੀ ਹਾਲਤ ਆਪਣੀ ਅੱਖਾਂ ਨਾਲ ਵੇਖੀ ਹੈ। ਹਰ ਕੋਈ ਬੜਾ ਹੈਰਾਨ ਹੈ। ਇਹ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰਦੇ ਆ ਰਹੇ ਹੋ। ਕੱਲ ਦੇ ਦਿਨ ਜੋ ਆਉਣ ਵਾਲਾ ਕੱਲ ਹੈ, ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਜਦੋਂ ਆਪਣੇ ਇੱਥੇ ਅੱਜ ਸ਼ਾਮ ਦੇ ਦੀਵਾਨ ਹੈ ਤੇ ਇੰਡੀਆ ਵਿੱਚ ਅੱਜ ਅੰਮ੍ਰਿਤ ਵੇਲਾ ਸਵੇਰ ਦਾ ਸਮਾਂ ਭਾਈ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। ਸਿੰਘਾਂ ਨੇ ਇੱਛਾ ਕੀਤੀ ਸੀ ਕਿ ਅੱਜ ਸ਼ਾਮ ਨੂੰ ਹੀ, ਭਾਵੇਂ ਕਿ ਇੱਥੇ ਤਾਂ ਸ਼ਹੀਦੀ ਦਿਹਾੜਾ ਕੱਲ ਨੂੰ ਹੈ, ਪਰ ਕਹਿੰਦੇ ਅੱਜ ਸ਼ਾਮ ਨੂੰ ਸ਼ਹਾਦਤ ਦੀ ਕਥਾ ਜਿਹੜੀ ਆ ਉਹ ਜ਼ਰੂਰ ਸੁਣਾਓ ਤੇ ਕੱਲ ਨੂੰ ਵੀ ਆਪਾਂ ਸੰਖੇਪ ਮਾਤਰ ਜਿਹਾ ਜ਼ਿਕਰ ਕਰਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ। ਭਾਈ ਸਾਹਿਬ ਦੀ ਸ਼ਹਾਦਤ ਕਿਉਂ ਹੋਈ ਤੇ ਸ਼ਹਾਦਤ ਬੜੀ ਅਦੁੱਤੀ ਹੈ। ਸਤਿਗੁਰੂ ਜੀ ਨੇ ਜੋ ਬਾਣੀ ਅੰਦਰ ਸ਼ਬਦ ਕਹੇ ਨੇ, ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਮੱਛੀ ਦੀ ਇਹ ਪ੍ਰੀਤ ਪਾਣੀ ਨਾਲ ਕਿਹੋ ਜੀ ਹੁੰਦੀ ਹੈ। ਜਦੋਂ ਮੱਛੀ ਨੂੰ ਪਕੜਦੇ ਐ, ਉਸ ਨੂੰ ਸਿੱਧੇ ਰੁੱਖ ਤੋਂ ਦੁਫਾੜ ਕਰ ਦਿੰਦੇ ਐ ਤੇ ਫਿਰ ਉਸ ਦੇ ਨਿੱਕੇ ਨਿੱਕੇ ਟੁਕੜੇ ਕਰਦੇ ਐ। ਫਿਰ ਉਹਨੂੰ ਤਰੀਕਿਆਂ ਨਾਲ ਜਿਹੜਾ ਹੈ ਉਹ ਰਿੰਨ ਦਿੱਤਾ ਜਾਂਦਾ ਹੈ। ਕੋਈ ਉਬਾਲ ਦਿੰਦਾ ਹੈ, ਕੋਈ ਤਲ ਦਿੰਦਾ ਹੈ, ਕੋਈ ਭੁੰਨ ਦਿੰਦਾ ਹੈ। ਤੇ ਜਿਹੜੇ ਫਿਰ ਮੱਛੀ ਖਾਣ ਦੇ ਸ਼ੌਕੀਨ ਹੁੰਦੇ ਆ, ਸਰਦੀਆਂ ਵਿੱਚ ਵੀ ਕਿਤੇ ਮੱਛੀ ਉਸ ਖਾਧੀ ਹੋਵੇ ਤੇ ਬਾਰ-ਬਾਰ ਪਾਣੀ ਦੀ ਉਹਨੂੰ ਪਿਆਸ ਲੱਗਦੀ ਹੈ। ਜੇ ਕੋਈ ਉਹਦੇ ਬਾਰ-ਬਾਰ ਪਾਣੀ ਪੀਣ ਤੋਂ ਪੁੱਛੇ ਕਿ ਵੀ ਕਾਰਨ ਕੀ, ਇੰਨੀ ਸਰਦੀ ਹੈ, ਤੂੰ ਫਿਰ ਵੀ ਪਾਣੀ ਬਾਰ-ਬਾਰ ਕਿਉਂ ਪੀਣਾ ਹੈ, ਫਿਰ ਉਹ ਕਹਿੰਦਾ ਮੱਛੀ ਖਾਧੀ ਹੋਈ ਹੈ। ਇਹੋ ਜੀ ਮੱਛੀ ਦੀ ਹਾਲਤ ਹੋਈ, ਪਰ ਫਿਰ ਵੀ ਉਹਨੇ ਪਾਣੀ ਦੀ ਪ੍ਰੀਤ ਨਹੀਂ ਛੱਡੀ। ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰਕੇ ਖਾਣ ਵਾਲੇ ਨੇ ਉਹਦਾ ਭੋਜਨ ਕਰ ਲਿਆ, ਪਰ ਤਾਂ ਵੀ ਪਾਣੀ ਦੀ ਪ੍ਰੀਤ ਨਹੀਂ ਮੱਛੀ ਨੇ ਛੱਡੀ। ਇਹ ਪ੍ਰੀਤ ਇੱਕ ਅੰਗੀ ਹੈ। ਮੱਛੀ ਤਾਂ ਪਾਣੀ ਨਾਲ ਪ੍ਰੇਮ ਕਰ ਰਹੀ ਹੈ, ਪਰ ਪਾਣੀ ਦਾ ਤਾਂ ਕੋਈ ਪ੍ਰੇਮ ਨਹੀਂ ਮੱਛੀ ਦੇ ਨਾਲ। ਸਤਿਗੁਰੂ ਜੀ ਦੀ ਪ੍ਰੀਤ ਇੱਕ ਅੰਗੀ ਨਹੀਂ ਹੈ। ਜੇ ਗੁਰੂਦੇਵ ਦੇ ਨਾਲ ਸਿੱਖ ਪਿਆਰ ਕਰਦੇ ਆ ਨਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਦੇ ਆ ਕਿ ਹਜ਼ੂਰ ਤਾਂ ਆਪਣਾ ਸਰਬੰਸ ਹੀ ਆਪਣੇ ਸਿੱਖਾਂ ਤੋਂ ਲੁਟਾ ਕੇ ਕਹਿੰਦੇ ਆ, ਪੰਥ ਵਸੇ ਮੈਂ ਉਜੜਾ, ਮਨ ਚਾਹੂ ਕਨੇਰਾ। ਸਤਿਗੁਰਾਂ ਜੀ ਨੇ ਇੰਨਾ ਪਿਆਰ ਦਿੱਤਾ
ਪਿਆਰ ਦੇ ਮੁਜੱਸਮੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੀ ਹਜੂਰੀ ਅੰਦਰ ਭਾਈ ਮਨੀ ਸਿੰਘ ਸਾਹਿਬ ਨੂੰ ਆਪਣੇ ਜੀਵਨ ਦੇ ਅੰਦਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਸਭ ਤੋਂ ਵੱਧ ਸ਼ਹੀਦ ਹਨ। ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਪ ਜੀ ਨੂੰ ਸੇਵਾ ਕਰਨ ਦਾ ਸੁਭਾਗ ਮਿਲਿਆ। ਜਿਹੜਾ ਭਾਈ ਮਨੀ ਸਿੰਘ ਸਾਹਿਬ ਜੀ ਦੀ ਉਮਰ ਦਾ ਕਈਆਂ ਵਿਦਵਾਨਾਂ ਨੇ ਇਹਦੇ ਤੇ ਭੁਲੇਖਾ ਖਾ ਕੇ ਆਪੋ ਆਪਣੀ ਰਾਏ ਦਿੱਤੀ ਹੈ, ਪਰ ਬਹੁਤਾਤ ਵਿਦਵਾਨਾਂ ਦਾ ਇਹ ਨਿਰਣਾ ਹੈ, ਕਿਉਂਕਿ ਉਹ ਜ਼ਿਕਰ ਕਰਦੇ ਆ ਕਿ ਜਦੋਂ ਗੁਰੂ ਸਾਹਿਬ ਨੇ ਬਾਣੀ ਲਿਖਵਾਈ ਸੀ ਉਦੋਂ ਭਾਈ ਸਾਹਿਬ ਦੀ ਉਮਰ 12 ਸਾਲ ਦੀ ਸੀ। ਇਸ ਤਰ੍ਹਾਂ ਨਹੀਂ ਸੀਗਾ, ਕਿਉਂਕਿ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਨੇ ਛੱਡਿਆ ਉਦੋਂ ਭਾਈ ਮਨੀ ਸਿੰਘ ਸਾਹਿਬ ਜੀ ਦੀ ਹੀ ਜ਼ਿੰਮੇਵਾਰੀ ਲਾਈ ਸੀ ਕਿ ਆਪਣੀਆਂ ਮਾਤਾਵਾਂ ਨੂੰ ਲੈ ਕੇ ਆਪ ਦਿੱਲੀ ਨੂੰ ਕੂਚ ਕਰ ਜਾਓ। ਭਾਈ ਮਨੀ ਸਿੰਘ ਸਾਹਿਬ ਜੀ ਦੀ ਉਸ ਸਮੇਂ ਉਮਰ ਚੰਗੀ, ਦਾਨੀ ਤੇ ਸਿਆਣੀ ਸੀ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦਾ ਸੁਨੇਹਾ ਮਿਲਿਆ ਸੀ ਗੁਰੂ ਕਾਸ਼ੀ ਤੋਂ, ਉਸ ਸਮੇਂ ਮਾਤਾਵਾਂ ਨੂੰ ਨਾਲ ਲੈ ਕਰਕੇ ਇੱਥੇ ਗੁਰੂ ਕਾਸ਼ੀ ਵਿੱਚ ਆਏ ਸੀਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਸ ਵਕਤ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਇਹ ਵੱਡੀ ਸੇਵਾ ਲਈ। ਹਜੂਰ ਨੇ ਆਖਿਆ, ਤੁਸਾਂ ਬਾਣੀ ਦੇ ਲਿਖਣ ਦੀ ਸੇਵਾ ਕਰਨੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਇੱਥੇ ਆ ਕੇ ਦਰਸ਼ਨ ਦੀਦਾਰ ਕੀਤੇ ਤੇ ਸਿਆਹੀ ਤੇ ਕਾਗਜ਼ਾਂ ਦੀ ਸੇਵਾ ਜਿਹੜੀ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ। ਜਿਸ ਸਿਆਹੀ ਦੇ ਬਣਾਉਣ ਦੀ ਵਿਧੀ ਇੰਗਲੈਂਡ ਦੇ ਵਿੱਚ ਦਾਸ ਨੇ ਉਸ ਵਿਧੀ ਦਾ ਦਰਸ਼ਨ ਕੀਤਾ ਸੀ ਤੇ ਉਹਦੇ ਨਾਲ ਹਵਾਲਾ ਸੀਗਾ ਕਿ ਇਸ ਵਿਧੀ ਨਾਲ ਬਣੀ ਹੋਈ ਸਿਆਹੀ ਨਾਲ ਦਮਦਮਾ ਸਾਹਿਬ ਵਾਲਾ ਪਾਵਨ ਸਰੂਪ ਲਿਖਿਆ ਗਿਆ ਸੀ। ਬਹੁਤ ਮਹਿੰਗੀ ਬਣਦੀ ਹੈ ਉਹ ਸਿਆਹੀ। ਉਸ ਸਮੇਂ ਵਿੱਚ ਕਾਗਜ਼ਾਂ ਦਾ ਬਣਾਉਣਾ ਵੀ ਕੋਈ ਸੌਖੀ ਗੱਲ ਨਹੀਂ ਸੀ। ਇਹ ਸੇਵਾ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ। ਸੱਚੇ ਪਾਤਸ਼ਾਹ ਜੀ ਨੂੰ ਭਾਈ ਮਨੀ ਸਿੰਘ ਸਾਹਿਬ ਨੇ ਬੇਨਤੀ ਕੀਤੀ ਸੀ, ਮਹਾਰਾਜ ਇਹ ਬੜਾ ਵੱਡਾ ਕਾਰਜ ਹੈ ਸਤਿਗੁਰੂ, ਮੇਰੇ ਕੋਲੋਂ ਕਿਵੇਂ ਸੰਪੂਰਨ ਹੋਵੇਗਾ? ਤੇ ਸਤਿਗੁਰਾਂ ਜੀ ਨੇ ਇਹ ਬਚਨ ਕਹੇ ਸੀ, ਮਨੀ ਸਿੰਘ ਜੀ ਵਾਹਿਗੁਰੂ ਨੇ ਤੁਹਾਨੂੰ ਵਡਿਆਈ ਦੇਣੀ ਹੈ, ਇਹੋ ਜੀ ਅਗੰਮੀ ਕਲਮ ਚੱਲੇਗੀ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇਹ ਕਾਰਜ ਆਪਣੇ ਆਪ ਹੀ ਸੰਪੂਰਨ ਹੋਵੇਗਾ ਵਾਹਿਗੁਰੂ ਦੀ ਰਜ਼ਾ ਵਿੱਚ। ਸੱਚੇ ਪਾਤਸ਼ਾਹ ਜਿੰਨੀ ਬਾਣੀ ਹਜੂਰ ਆਪਣੇ ਸ਼੍ਰੀ ਕੰਠ ਤੋਂ ਉਚਾਰਦੇ ਤੇ ਉਸ ਬਾਣੀ ਦਾ ਦੂਸਰੇ ਪੈਰ ਮਹਾਰਾਜ ਜੀ ਅਰਥ ਕਰਿਆ ਕਰਦੇ ਤੇ ਉਸ ਪਵਿੱਤਰ ਕਥਾ ਦੇ ਅੰਦਰ ਪਾਠ ਭਾਈ ਮਨੀ ਸਿੰਘ ਸਾਹਿਬ ਜੀ ਕਰਦੇ ਸੀ। ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜੂਰ ਆਪ ਬਾਣੀ ਦੇ ਅਰਥ ਕਰਦੇ ਸੀ। ਸੱਚੇ ਪਾਤਸ਼ਾਹ ਨਾਲੇ ਬਾਣੀ ਉਚਾਰਦੇ ਸੀ, ਨਾਲੇ ਮਹਾਰਾਜ ਬਾਣੀ ਦੇ ਅਰਥ ਕਰਦੇ ਸੀ। 48 ਸਿੰਘ ਜਿਨ੍ਹਾਂ ਨੇ ਸਤਿਗੁਰਾਂ ਦੀ ਰਸਨਾ ਤੋਂ ਤੁਰ ਕੇ ਬਾਣੀ ਦੀ ਕਥਾ ਸਰਵਣ ਕੀਤੀ, ਉਹਨਾਂ ਨੂੰ ਬਦੇ ਮੁਕਤੀ ਦੀ ਦਾਤ ਪ੍ਰਾਪਤ ਹੋਈ। ਉਹਨਾਂ ਦੇ ਨਾਮ ਜਦੋਂ ਆਪ ਦਮਦਮਾ ਸਾਹਿਬ ਦਰਸ਼ਨ ਕਰਨ ਜਾਓ ਤੇ ਉਸ ਬੋਰਡ ਦੇ ਉੱਤੇ ਲਿਖੇ ਹੋਏ ਯਾਦਗਾਰ ਵਜੋਂ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਕਥਾ ਸੁਣੀ ਸੀ, ਭਾਈ ਮਨੀ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ, ਸਤਿਗੁਰਾਂ ਜੀ ਨੇ ਵਰਦਾਨ ਦਿੱਤਾ ਸੀ ਕਿ ਸਮਾਂ ਆਵੇਗਾ ਧਰਮ ਲਈ ਜੂਝਦਿਆਂ ਹੋਇਆਂ ਤੁਹਾਡਾ ਸੀਸ ਤੇ ਧੜ ਨਾਲੋਂ ਵੱਖ ਹੋ ਜਾਵੇਗਾ, ਪਰ ਤੁਹਾਡੇ ਇਸ ਆਨੰਦ ਵਿੱਚ ਵਿਘਨ ਨਹੀਂ ਪਵੇਗਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਜੀ ਦੀ ਇਸ ਵਰਦਾਨ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਮਹਾਨ ਸੇਵਾ ਕੀਤੀ ਪੰਥ ਦੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ
महाराज जी ने आख्या, वक्त आवेगा धर्म की सेवा करदियां बंद बंद छुड़ा करके तुहानू शहादत दा ये रुतबा प्राप्त होवेगा, तुहाडा आनंद ते रस उवें कायम रहेगा। ਗਿਆਨੀ ਗਿਆਨ ਸਿੰਘ जी ने पंथ प्रकाश विच जिक्र किया है कि भाई मनी सिंह साहब जी ने गुरबाणी दे गुटके साहिब, पोथियां साहिब तैयार कीतियां। इस करके पंथ ने ये खफे हो करके कि गुरु साहब दे स्वरूप नूं जुदे जुदे कर दिता ते भाई मनी सिंह साहब नूं श्राप देता कि तुहाडा बंद बंद कटिया जावे। महापुरखां ने इतिहास दे इस नुकते ते अपना विचार दिता, कहा कि जे श्राप हुंदा तां फिर भाई मनी सिंह साहब जी जलाद दे टप मारन ते चरीक जरूर मार दे, आवाज जरूर कर दे। अज असीं संचियां तो संथा करदे आं, गुटके साहब तो बाणी पढ़दे आं, ये भाई मनी सिंह साहब दी देन है। क्योंकि नितनेम गुरसिख कंठ करिया करदे सी, भावें श्री गुरु ग्रंथ साहब जी दे पावन स्वरूप तो सानू सहज पाठ करन दी आग्या है, पर अपना नितनेम गुरु साहब दे स्वरूप तो नहीं करना चाहिए। फिर भाई साहब जी ने यह संगतां दी सुविधा वास्ते गुरसिखां नूं बाणी नाल प्रीत लगे, गुरसिख कमाई कर सकण। क्योंकि जदों पढ़ाई करी दी है ना विद्यालय दे अंदर, उदों दस्सिया जांदा है कि गुरु साहब दी ताबिया जाना होवे तां किवें जाया जांदा है। ये नहीं कि थोड़े कपड़े पाए ते निक्की दस्तार छोटी चुगुठा बन्निया ते महाराज दी हजूरी च चले गए, ताबिया चले गए। इस तरह नहीं, दस्तार सजा करके सुचमता दे सहित चोला पैर करके सतगुरां जी दी ताबिया विच जाना। फिर जो इथों तक है संचियां, जो पहला भाग दूसरा भाग गुरु ग्रंथ साहब जी दी पवित्र बाणी दा, वो भी जदों विद्यार्थी प्रकाश करते हैं, चोला पाए तो बिना भाग भी प्रकाश नहीं सी विद्यालय विच कर सकते। चोला पैर के ही भाग प्रकाश करीदा। गुटका साहब तो बाणी पढ़न लग्या नंगे पैर होने चाहिए है, सिर टकिया होना चाहिए है। कंठों भी बाणी जे उच्ची पढ़ते हैं तो फिर भी सिर टकिया होना चाहिए। गुप्त बाणी पढ़ते हैं, केस हरे करते हैं तो फिर तो गुप्त पढ़ रहे हैं, कोई बात नहीं, जब दूर बैठे सुन रहे हैं। ये गुरबाणी दे अदब दी जाच सतगुरु जी ने आप अपने खालसे नूं सिखाई, जो सीने बसीने सतपुरुषां द्वारा पंथ अंदर प्रवृत्त हुई। खास करके दमदमी टकसाल दे 12वें मुखी श्रीमान संत बाबा गुरबचन सिंह जी खालसा पिंडरां वाले महापुरखा ने इस मर्यादा नूं पंथ दे अंदर बहुत वड्डे पद्धर ते प्रचारिया। गुरबाणी दा अदब किवें करीदा है। भाई मनी सिंह साहब जी नूं सतगुरां जी ने वरदान दिता सी। भाई साहब जी ने होर भी बहुत ग्रंथां दी सिरजना कीती। धन गुरु गोबिंद सिंह सच्चे पातशाह जी दी पवित्र बाणी दा संग्रह कीता, नाम दिता 10वें पातशाह जी का ग्रंथ। सतगुरु जी दी बहुत वडमुली रचना भाई मनी सिंह साहब जी तो साध संगत जी बहुत गुरसिख भी वरसोए, आत्मक ज्ञानी होए। क्योंकि भाई साहब ने सचखंड श्री हरमंदर साहब जी दे अंदर बहुत लम्मा समा पंथ दी सेवा कीती। गरीब नवाज सच्चे पातशाह जी दी सिੱਖਿਆ ਨੂੰ ਕਮਾਉਂਦਿਆਂ हर पक्ष तो ਜਦੋਂ पंथ ਦੀ ਅਗਵਾਈ कर रहे सन ਤੇ फिर भाई साहब ਦੀ ਸ਼ਹਾਦਤ ਦਾ ਜਦੋਂ ਕਾਰਨ ਬਣਿਆ, ਦੀਪਮਾਲਾ ਦਾ ਤਿਹਾਰ ਮਨਾਉਣ ਲਈ ਲਾਹੌਰ ਦਰਬਾਰ ਦੇ ਨਾਲ ਆਪ ਦਾ ਇਹ ਅਹਿਦ ਹੋਇਆ ਕਿ ਜੇ 5000 ਰੁਪਈਆ ਜਮ੍ਹਾਂ ਕਰਾਓ ਤੇ ਤੁਸੀਂ ਦੀਪਮਾਲਾ ਦਾ ਤਿਹਾਰ ਲਾ ਲਓ। ਭਾਈ ਸਾਹਿਬ ਨੇ ਇਹ ਮਨ ਵਿੱਚ ਸੋਚਿਆ ਸੀ
ਕਿ ਪੰਥ ਬਹੁਤ ਸਮਾਂ ਹੋ ਗਿਆ ਇਕੱਠਾ ਨਹੀਂ ਹੋਇਆ ਸਾਰਾ। ਵੱਖ-ਵੱਖ ਮਿਸਲਾਂ ਦੇ ਰੂਪ ਵਿੱਚ, ਜਥੇਬੰਦੀਆਂ ਦੇ ਰੂਪ ਵਿੱਚ ਸਾਰੇ ਇੱਧਰ ਉੱਧਰ ਜੰਗਲਾਂ ਵਿੱਚ ਵਿਚਰ ਰਹੇ ਹੈ। ਸਭ ਦੇ ਮਨ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹੈ। ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਤੀਬਰ ਇੱਛਾ ਹੈ। ਨਾਲੇ ਸਿੰਘਾਂ ਦੀ ਖੁਸ਼ੀ ਹੋਵੇਗੀ, ਸਿੰਘ ਦਰਸ਼ਨ ਦੀਦਾਰ ਕਰ ਲੈਣਗੇ। ਡਾਢੇ ਚਿਰ ਮਗਰੋਂ ਇਹ ਜੋੜ ਮੇਲਾ ਹੋਵੇਗਾ, ਪੰਥ ਦੀ ਇਕੱਤਰਤਾ ਹੋਵੇਗੀ। ਭਾਈ ਮਨੀ ਸਿੰਘ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਪੰਥ ਦੇ ਅੰਦਰ। ਭਾਈ ਸਾਹਿਬ ਦੇ ਨਾਮ ਤੇ ਫਿਰ ਪੱਤਰਕਾਵਾਂ ਸਿੰਘਾਂ ਨੂੰ ਜੰਗਲਾਂ ਵਿੱਚ ਮਿਲੀਆਂ ਤੇ ਜਦੋਂ ਭਾਈ ਸਾਹਿਬ ਦਾ ਸੁਨੇਹਾ ਮਿਲਿਆ, ਸਭ ਨੇ ਵਹੀਰਾਂ ਕੱਤ ਦਿੱਤੀਆਂ। ਹਕੂਮਤ ਦੀ ਨੀਅਤ ਜਿਹੜੀ ਸੀ ਉਹ ਠੀਕ ਨਹੀਂ ਸੀ। ਉਹਨਾਂ ਨੇ ਸੋਚਿਆ ਕਿ ਲੱਭ ਕੇ ਮਾਰਨੇ ਪੈਂਦੇ ਆ ਤੇ ਹੁਣ ਇੱਕ ਥਾਂ ਤੇ ਹੀ ਇਕੱਠੇ ਹੋਣ ਲੱਗੇ ਆ ਤੇ ਇੱਥੇ ਹੀ ਪਕੜ ਕੇ ਇਹਨਾਂ ਦਾ ਬੀਜ ਨਾਸ਼ ਕਰੋ। ਜਦੋਂ ਇਸ ਮਨਸਾ ਦੇ ਨਾਲ ਦੀਪਮਾਲਾ ਤੋਂ ਕੁਝ ਦਿਨ ਪਹਿਲਾਂ ਹੀ ਘੇਰਾਬੰਦੀ ਹੋਣ ਲੱਗ ਗਈ। ਆਮ ਜੋ ਨਗਰਾਂ ਦੀ ਸੰਗਤ ਸੀ ਉਹ ਵੇਖ ਕੇ ਮੁੜਨ ਲੱਗ ਪਏ। ਭਾਈ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਹਕੂਮਤ ਦੀ ਨੀਅਤ ਠੀਕ ਨਹੀਂ ਹੈ। ਇਹ ਨਾ ਹੋਵੇ ਕਿ ਅਸੀਂ ਸਿੰਘਾਂ ਨੂੰ ਦਰਸ਼ਨ ਇਸ਼ਨਾਨ ਵਾਸਤੇ ਬੁਲਾਈਏ ਤੇ ਸਿੰਘਾਂ ਦਾ ਭਾਰੀ ਨੁਕਸਾਨ ਇਹ ਹਕੂਮਤ ਕਰ ਦੇਵੇ। ਇਹ ਗੱਲ ਠੀਕ ਨਹੀਂ ਹੋਵੇਗੀ। ਜਥਿਆਂ ਨੂੰ, ਦਲਾਂ ਨੂੰ ਹਰਿਮੰਦਰ ਸਾਹਿਬ ਵੱਲ ਆਉਂਦਿਆਂ ਹੋਇਆਂ ਭਾਈ ਸਾਹਿਬ ਨੇ ਪੱਤਰਕਾਵਾਂ ਭੇਜ ਕੇ ਰੋਕ ਦਿੱਤਾ ਕਿ ਖਾਲਸਾ ਜੀ, ਹਕੂਮਤ ਦਾ ਇਰਾਦਾ ਨਹੀਂ ਸਹੀ, ਤੁਸੀਂ ਜੰਗਲਾਂ ਨੂੰ ਵਾਪਸ ਪਰਤ ਜਾਓ। ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਘੇਰਾਬੰਦੀ ਕਰ ਲਈ ਹੈ ਤੇ ਸਾਨੂੰ ਇਹਨਾਂ ਦੀ ਨੀਅਤ ਵਿੱਚ ਖੋਟ ਭਾਸਦੀ ਹੈ। ਭਾਈ ਸਾਹਿਬ ਦੇ ਸੁਨੇਹੇ ਮਿਲਣੇ ਕਰਕੇ ਸਾਰੇ ਸਿੰਘ ਫਿਰ ਵਾਪਸ ਜੰਗਲਾਂ ਨੂੰ ਪਰਤ ਗਏ। ਜਦੋਂ ਇਕੱਠ ਨਹੀਂ ਹੋਇਆ ਤੇ ਭਾਈ ਸਾਹਿਬ ਨੇ ਜੋੜ ਮੇਲਾ ਜਦੋਂ ਮਨਾਇਆ ਨਹੀਂ, ਐਦ ਤਾਂ ਇਹੀ ਹੋਇਆ ਸੀ ਨਾ ਕਿ ਜੋੜ ਮੇਲਾ ਮਨਾ ਲਓ, ਪਰ 5000 ਰੁਪਈਆ ਪਹਿਲੋਂ ਸਰਕਾਰੀ ਖਜ਼ਾਨੇ 'ਚ ਭਰਨਾ ਪਵੇਗਾ। ਭਾਈ ਸਾਹਿਬ ਨੇ ਕਿਹਾ ਜੋੜ ਮੇਲਾ ਮਨਾਉਣ ਤੋਂ ਬਾਅਦ ਅਸੀਂ 5000 ਭਰ ਦਿਆਂਗੇ। ਜਦੋਂ ਜੋੜ ਮੇਲਾ ਹੀ ਨਹੀਂ ਮਨਾਉਣ ਦਿੱਤਾ, ਫਿਰ 5000 ਕਾਹਦਾ ਬਣਦਾ ਹੈ? ਇਸ ਦੋਸ਼ ਵਿੱਚ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ, ਭਾਈ ਮਨੀ ਸਿੰਘ ਸਾਹਿਬ ਜੀ ਨੂੰ। ਜਦੋਂ ਲਾਹੌਰ ਲੈ ਕਰਕੇ ਆਏ ਹੈ, ਗੱਲ 5000 ਦੀ ਹੈ ਤੇ ਭਾਈ ਸਾਹਿਬ ਨੂੰ ਹਕੂਮਤ ਕਹਿੰਦੀ ਹੈ ਜੇ ਦੀਨੇ ਇਸਲਾਮ ਕਬੂਲ ਕਰ ਲਓਗੇ ਜਾਨ ਬਖਸ਼ ਦਿੱਤੀ ਜਾਵੇਗੀ, ਨਹੀਂ ਤਾਂ ਸਜ਼ਾਏ ਮੌਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਦੇ ਅਨਮੋਲ ਰਤਨ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ, ਭਾਈ ਸਾਹਿਬ ਨੂੰ ਸਤਿਗੁਰਾਂ ਦਾ ਕਿਹਾ ਹੋਇਆ ਵਾਕ ਚੇਤੇ ਹੈ, ਕਿਉਂਕਿ ਸਰੀਰ ਸਦਾ ਨਹੀਂ ਰਹਿਣੇ। ਭਾਈ ਸਾਹਿਬ ਦੇ ਸਰੀਰ ਦੀ ਆਬਾ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਭਾਈ ਸਾਹਿਬ ਦਾ ਜਿਹੜਾ ਚਿਹਰਾ ਏ ਉਹ ਇਉਂ ਲਾਲਗੀ ਦੇ ਸਹਿਤ ਭਖਦਾ ਏ ਜਿਵੇਂ ਲਾਲ ਸੁਰਖ ਲੋਹਾ ਹੁੰਦਾ ਹੈ। ਭਾਈ ਸਾਹਿਬ ਦੇ ਚਿਹਰੇ ਤੇ ਚਿੱਟਾ ਦੁੱਧ ਵਰਗਾ ਦਾੜਾ ਏ, ਬਹੁਤ ਸਡੌਲ ਸਰੀਰ ਹੈ। ਸਤਿਗੁਰਾਂ ਦੀ ਬਾਣੀ ਵਿੱਚ ਰੰਗਰੇਜ਼ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਦੋਂ ਉਹਨਾਂ ਨੇ ਧਰਮ ਛੱਡਣ ਬਦਲੇ ਆਖਿਆ, ਹੱਸਦਿਆਂ ਹੋਇਆਂ ਭਾਈ ਮਨੀ ਸਿੰਘ ਸਾਹਿਬ ਕਹਿੰਦੇ ਆ ਕਿ ਜਿਹੜਾ ਆਪਣੇ ਧਰਮ ਨੂੰ ਤਬਦੀਲ ਕਰ ਲੈਂਦਾ ਹੈ, ਜੇ ਦੀਨ ਇਸਲਾਮ ਵਿੱਚ ਚਲਿਆ ਜਾਂਦਾ ਹੈ, ਕੀ ਉਹਨੂੰ ਕਦੇ ਮੌਤ ਨਹੀਂ ਆਉਂਦੀ? ਮਰਨਾ ਤਾਂ ਸਭ ਦੇ ਸਿਰ ਦੇ ਉੱਪਰ ਇੱਕੋ ਜਿਹਾ ਹੈ, ਤੇ ਫਿਰ ਆਪਣਾ ਧਰਮ ਛੱਡ ਕਰਕੇ ਕਿਉਂ ਮਰੇ ਕੋਈ? ਸਿਆਣਾ ਪੁਰਖ ਕਦੇ ਵੀ ਇਹ ਗਲਤੀ ਨਹੀਂ ਕਰਦਾ। ਭਾਈ ਮਨੀ ਸਿੰਘ ਸਾਹਿਬ ਦੀ ਗ੍ਰਿਫਤਾਰੀ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗੀ। ਲਾਹੌਰ ਦੇ ਸਿੱਖ ਕਹਿਣ ਲੱਗੇ ਇਕੱਠੇ ਹੋ ਕੇ ਧਰਮਸ਼ਾਲਾ ਅੰਦਰ
कि सतगुरु जी की हजूरी का सिंह ने भाई मनी सिंह साहब जी ते 5000 रुपया की है साडे अगे। असी भाई साहब नाल मुलाकात करके 5000 तार के भाई साहब नूं छुड़ा लवांगे। भाई मनी सिंह साहब जी नूं आ करके लाहौर दे सिख मिले, क्या भाई साहब जी 5000 तां कुछ भी नहीं, असी तां तुहाडे बराबर शरीर दे तोल के सोना दे दांगे, पर आप नूं शहीद नहीं होण देंगे। पर भाई मनी सिंह साहब जी दे बोल सी कि खालसा जी ये तन मिथ्या है, गुरु साहब दा ये बचन है कि साधो इहो तन मिथ्या जानो, या भीतर जो राम बसत है सच होता है पछानो। भाई मनी सिंह साहब ने कहा कि तुहाडे गाढ़े पसीने की कमाई मैं दुष्ट दे खजाने विच नहीं जाण देंगा, एक भी टका दुष्ट दे खजाने विच नहीं असी पैण देना सिखां दी नेक कमाई दा। भाई साहब तुहानू वो शहीद कर देवेगा। ते भाई साहब ने कहा सी तन गंदगी की कोठड़ी हर हीरियां की खान, जे सिर दित्तियां हर मिलै तां भी सस्ता जान। कहा तुसी किरती सिखो, ये तां गुरु गोबिंद सिंह सच्चे पातशाह महाराज दी वड्डी वडियाई है कि इस इम्तिहान वास्ते मैनू निमाणे सिख नूं चुनिया सच्चे पातशाह ने। संसार वेखेगा कि साडी शहादत किहो जी होवेगी जे तन दित्तियां शरीर भेट कीतियां सिर दित्तियां। धन गुरु गोबिंद सिंह सच्चे पातशाह महाराज दे स्वरूप दी साखियाता हुंदी है ते सिखो ये सस्ता सौदा है, महंगा सौदा नहीं, क्योंकि ये जिहड़ा तन है ये 9 द्वारियां राही गंदगी रिसदी है। ये गंदगी दी कोठड़ी है, जिहड़ा अंदर नाम है ना परमेश्वर दा, वो हीरियां दी खान है अंदर। सतगुरां ने उत्थे साडा निवास कर दिता है, इस करके तन कल छुटदा अज छुट जे कोई फिक्र नहीं। एडी चढ़दी कला है, मौत दी खबर भी मौत दा साया भी उन्हां दे चित्त नूं भंग नहीं कर सकदा जिन्हां उत्ते सतगुरां ने अपनी मेहरबानगी कीती। भाई मनी सिंह साहब जी नूं शहीद करन लई लाहौर दा ओह नखास चौंक जिथे भाई तारू सिंह साहब जी दा शहीदगंज स्थान बनिया होया है, उस स्थान दे उत्ते भाई साहब नूं कारागृह चों कढ के लिआंदा गया, फतवा दिता बंद बंद छड़ाए जाण दा। भाई मनी सिंह साहब जी जदों उस चौंक दे अंदर लिया करके भाई साहब नूं बिठाया, हथ कड़ियां खोल दित्तियां, पैरां दीयां बेड़ियां खोल दित्तियां, वड्डा सारा लकड़ दा डक रखिया गया, हजार लोग इकट्ठे कीते है कि वेखो जे दीने इस्लाम नहीं कबूल किया एक काफर ने ते ओदा की हशर होण लगा, ओ वेखो सारे आके। भाई मनी सिंह साहब जी नूं जदों ये जिक्र आउंदा है कि जलाद ने आप जी दे चेहरे वाल वेखिया ना ते जलाद दा दिल दहल गया आप दा चेहरा वेख करके, इन्ना खिड़िया मस्तक, इन्ना नूर चेहरे दे उत्ते। जदों किते पंथ दियां सरमौर हस्तियां दा आपां जिक्र करदे आं ते ये साडियां उन्हां अस्थानां दा साध संगत जी जिथे बैठ के इन्हां ने सेवा संभाल कीती, उन्हां अस्थानां दा की साडा जिहड़ा अपना असूल की होना चाहिदा है, उस अस्थान दे उत्ते बैठिया होया सानू किहो जी जिम्मेवारी निभाउणी चाहिदी है, क्योंकि खाना पूर्ति नाल नहीं गल बनदी। जिन्ना चिर श्रीमान संत ज्ञानी गुरबचन सिंह जी खालसा पिंडरां वाले महापुरखां दा बरसी दा दिन लंघिआ, सिंह साहब भाई कपूर सिंह जी हैड ग्रंथी सचखंड श्री हरमंदर साहिब महापुरखां नूं जदों सचखंड जाण तो पहला मिले आ, दर्शन कीते आके, क्या महाराज साडे आस्ते की सिक्खिआ है? कहा पंथ दे सरमौर अस्थान ते तुसी सेवा निभा रहे हो,
ਇਸ ਅਸਥਾਨ ਦੀ ਪਦਵੀ ਦੀ ਪਵਿੱਤਰਤਾ ਨੂੰ ਸਦਾ ਕਾਇਮ ਰੱਖਣਾ, ਚੇਤੇ ਰੱਖਣਾ ਕਿ ਇਸ ਥਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੈਠਦੇ ਰਹੇ ਹੈ। ਉਹ ਪਵਿੱਤਰ ਆਤਮਾ ਦਾ ਇਹ ਅਸਥਾਨ ਹੈ। ਇਹ ਸਦਾ ਯਾਦ ਰੱਖਣਾ ਕਿ ਇਸ ਅਸਥਾਨ ਤੇ ਉਹਨਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਧਰਮ ਲਈ ਆਪਣਾ ਪੋਟਾ ਪੋਟਾ ਕਟਵਾ ਦਿੱਤਾ ਸੀ, ਪਰ ਧਰਮ ਨਹੀਂ ਸੀ ਛੱਡਿਆ। ਉਹਨਾਂ ਦਾ ਨਾਮ ਸਦਾ ਲਈ ਅਮਰ ਤੇ ਅਟਲ ਹੈ। ਕਦੇ ਜ਼ਿੰਦਗੀ ਦੇ ਸੁੱਖਾਂ ਵਾਸਤੇ ਡੋਲਣਾ ਨਾ, ਸਰੀਰ ਦੇ ਰਸਾਂ ਵਾਸਤੇ ਘਬਰਾਉਣਾ ਨਾ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਗੇ। ਇਹ ਮਹਾਂਪੁਰਖਾਂ ਦੇ ਕਹੇ ਹੋਏ ਸਿੰਘ ਸਾਹਿਬ ਦੇ ਪ੍ਰਥਾਏ ਸ਼ਬਦ ਸੀ, ਕਿਉਂਕਿ ਉਹਨਾਂ ਨੇ ਰਸਤਾ ਵਿਖਾਇਆ ਹੈ, ਉਹ ਰਾਹ ਦੱਸਿਆ ਜਿਹੜਾ ਸਤਿਗੁਰਾਂ ਜੀ ਦੀ ਗੋਦ ਵਿੱਚ ਜਾਂਦਾ ਹੈ। ਤੇ ਜੇ ਉਸ ਰਸਤੇ ਤੋਂ ਪੈਰ ਡਗਮਗਾ ਜਾਣ, ਫਿਰ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਜੀਵ ਅਧੋਗਤੀ ਨੂੰ ਚਲਿਆ ਜਾਂਦਾ ਹੈ। ਰਸਾਂ ਵਾਸਤੇ ਮਰਦਾ ਹੋਇਆ ਸਰੀਰ ਬਹੁਤ ਜ਼ਿਆਦਾ, ਸੰਸਾਰ ਦੇ ਅੰਦਰ ਵੀ ਦੁੱਖ ਹੈ, ਪਰਲੋਕ ਵਿੱਚ ਵੀ ਗਤੀ ਨਹੀਂ। ਧੰਨ ਹੈ ਇਹੋ ਜਿਹੇ ਮਹਾਂਪੁਰਖ, ਬੰਦਗੀ ਦੀ ਮੂਰਤ, ਜਿਨ੍ਹਾਂ ਨੇ ਇਸ ਸੰਸਾਰ ਤੋਂ ਪਰਲਾ ਕੰਢਾ ਸਾਨੂੰ ਦਿਖਾਇਆ। ਕਿਹਾ ਕਿ ਦੇਹ ਵਿੱਚ ਜੇ ਜੁੜੇ ਰਹੀਏ ਤਾਂ ਕਦੇ ਵੀ ਸੁੱਖ ਨਹੀਂ ਨਿਰੰਤਰ ਰਹਿਣ ਵਾਲਾ ਮਿਲ ਸਕਦਾ। ਦੇਹ ਵਿੱਚ ਕਦੇ ਸੁੱਖ ਹੈ, ਕਦੇ ਦੁੱਖ ਹੈ। ਦੇਹ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੀ ਰਹਿੰਦੀ ਹੈ। ਸਤਿਗੁਰੂ ਜੀ ਦੇਹ ਤੋਂ ਗਰੀਬ ਨਵਾਜ ਉਠਾ ਦਿੰਦੇ ਹੈ, ਕਿਉਂਕਿ ਦੇਹ ਵਿੱਚ ਜੁੜਿਆ ਹੋਇਆ ਮਨੁੱਖ ਆਪਣੇ ਸਰੀਰ ਤੇ ਸੂਈ ਨਹੀਂ ਚੁਬੋ ਸਕਦਾ, ਕਿਉਂਕਿ ਦੇਹ ਨਾਲ ਪੀੜਾ ਹੁੰਦੀ ਹੈ। ਪਰ ਇਹ ਪ੍ਰੀਤ ਦੀ ਰੀਤ ਇਹੋ ਜੀ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ, ਗੁਰੂ ਕੇ ਸਿੱਖਾਂ ਨੇ ਮੱਛੀ ਦੀ ਪ੍ਰੀਤ ਨੂੰ ਵੀ ਮਾਤ ਪਾਤੀ। ਮੱਛੀ ਨੂੰ ਵਿਚਕਾਰੋਂ ਲੰਬੇ ਰੁੱਖ ਨੂੰ ਜਿਹੜਾ ਮੀਨ ਪਕੜ ਫਾਂਕਿਓ, ਲੰਬੇ ਰੁੱਖ ਨੂੰ ਕੱਟਣਾ ਜਿਹੜਾ ਉਹ ਫਾਂਕਣਾ ਹੁੰਦਾ ਹੈ। ਫਾਂਕਿਓ ਔਰ ਕਾਟਿਓ, ਨਿੱਕੇ ਨਿੱਕੇ ਟੁਕੜੇ ਕਰਨੇ। ਜਿਹੜਾ ਸਿਰ ਤੋਂ ਰੱਖ ਕੇ ਆਰਾ ਫਿਰਿਆ ਨਾ, ਦੀਵਾਨ ਮਤੀ ਦਾਸ ਜੀ ਦੇ ਸੀਸ ਤੇ ਫਿਰਿਆ ਸੀ। ਪ੍ਰੀਤ ਦੀ ਰੀਤ ਸ਼ਾਂਤ ਨਹੀਂ ਹੋਈ। ਜ਼ਾਲਮ ਦੇ ਜ਼ੁਲਮ ਨੂੰ ਭਾਈ ਮਨੀ ਸਿੰਘ ਸਾਹਿਬ ਜੀ ਨੇ ਖੁੰਡਿਆ ਕਰ ਦਿੱਤਾ ਸੀ। ਨਰੰਗੇ ਨੂੰ ਬੜੀ ਦਲੇਰੀ ਨਾਲ ਕਿਹਾ ਸੀ ਕਿ ਜਿਹੜੀ ਵੀ ਤੂੰ ਕੋਈ ਸਜ਼ਾ ਭਿਆਨਕ ਦੇਣਾ ਚਾਹੁੰਦਾ ਦੇ ਲੈ, ਪਰ ਚੇਤੇ ਰੱਖੀ ਮੇਰੀ ਸ਼ਹਾਦਤ ਤੋਂ ਬਾਅਦ ਮੈਂ ਤੈਨੂੰ ਦਿੱਲੀ 'ਚ ਨਹੀਂ ਰਹਿਣ ਦੇਣਾ। ਤੇ ਇਤਿਹਾਸ ਗਵਾਹ ਏ, ਨਰੰਗਾ ਇੱਕ ਵੀ ਰਾਤ ਕਿਲੇ 'ਚ ਨਹੀਂ ਸੀ ਕੱਟ ਸਕਿਆ। ਫਿਰ ਭਾਈ ਦਇਆਲਾ ਜੀ ਨੂੰ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ। ਇਹਨਾਂ ਗੁਰਸਿੱਖਾਂ ਨੇ ਮੱਛੀ ਦੀ ਵੀ ਪ੍ਰੀਤ ਨੂੰ ਮਾਤ ਪਾ ਦਿੱਤੀ। ਇਹੋ ਜੀ ਪ੍ਰੀਤ ਮਹਾਰਾਜ ਦੇ ਨਾਮ ਨਾਲ ਪ੍ਰਗਟ ਕਰਕੇ ਵਿਖਾਈ। ਜਿਹੜਾ ਟੁਕੜੇ ਟੁਕੜੇ ਹੋ ਜਾਣਾ ਨਾ, ਦੰਦਾਂ ਥੱਲੇ ਖੰਡ ਖੰਡ ਕਰ ਭੋਜਨ ਕੀਨੋ, ਇਹ ਪ੍ਰੀਤ ਭਾਈ ਮਨੀ ਸਿੰਘ ਸਾਹਿਬ ਨੇ ਸੁਰਜੀਤ ਕਰਕੇ ਆਪਣੇ ਸਰੀਰ ਤੇ ਦਿਖਾਈ ਕਿ ਕਿਹੋ ਜਿਹਾ ਪਿਆਰ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜਦੋਂ ਦੇਹ ਦਾ ਅਧਿਆਸ ਛੁੱਟ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਹੈ, ਕਾਇਆ ਕੱਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਕਾਇਆ ਰੂਪੀ ਕੱਪੜੇ ਨੂੰ ਜਿੰਨਾ ਮਰਜੀ ਕੋਈ ਚੀਰੀ ਜਾਵੇ, ਫਿਰ ਪਾੜੀ ਜਾਵੇ, ਇਹ ਨਾਮ ਦਾ ਰੰਗ ਆਨੰਦ ਉਹ ਲੱਥਦਾ ਨਹੀਂ, ਉਹ ਸੀ ਤੇ ਹਾਏ ਨਹੀਂ ਕਰਦੇ। ਜਦੋਂ ਜਲਾਦ ਨੇ ਭਾਈ ਸਾਹਿਬ ਦਾ ਹੱਥ ਜਿਹੜਾ ਸੀ ਉਹ ਲੱਕੜ ਦੇ ਵੱਡੇ ਸਾਰੇ ਡੱਕ ਦੇ ਉੱਤੇ ਰੱਖ ਕੇ ਗੁੱਟ ਦੇ ਉੱਤੇ ਟੱਪ ਮਾਰਿਆ, ਪਰ ਚੱਲਤ ਆਪਾਂ ਸਰਵਣ ਕਰਦੇ ਆਂ। ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਬੰਦ ਛਡਾਏ ਜਾਣ ਦਾ ਫਤਵਾ ਹੈ, ਤੇਰੇ ਮਾਲਕ ਨੇ ਆਖਿਆ। ਤੇ ਜਦੋਂ ਗੁੱਟ ਦਾ ਅੱਧਾ ਕੁ ਵੱਜਿਆ ਹੋਇਆ ਟੱਪ ਤੇ ਉਸ ਜਲਾਦ ਦੇ ਹੱਥੋਂ ਟੋਕਾ ਡਿੱਗ ਗਿਆ, ਕਹਿੰਦਾ ਯਾ ਖੁਦਾਇਆ ਮੈਂ ਦਰਵੇਸ਼ ਨੂੰ ਨਹੀਂ ਮਾਰ ਸਕਦਾ। ਉਸਨੇ ਭਾਈ ਸਾਹਿਬ ਦੇ ਬੰਦ ਛਡਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋ ਭਰਾ ਸੀ ਸਕੇ, ਉਹਨਾਂ ਨੂੰ ਹਕੂਮਤ ਵੱਲੋਂ ਸਜ਼ਾਏ ਮੌਤ ਸੁਣਾਈ ਹੋਈ ਸੀ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਹਕੂਮਤ ਤੁਹਾਡੀ ਸਜ਼ਾਏ ਮੌਤ ਮਾਫ ਕਰ ਦੇਵੇਗੀ ਜੇ ਤੁਸੀਂ ਇੱਕ ਸਿੱਖ ਦਾ ਬੰਦ ਕੱਟੋਗੇ।
ਮੌਤ ਤੋਂ ਬਚਣ ਲਈ ਉਹਨਾਂ ਦੋਹਾਂ ਨੇ ਫਿਰ ਜਲਾਦਾਂ ਦਾ ਰੂਪ ਧਾਰਿਆ। ਭਾਈ ਮਨੀ ਸਿੰਘ ਸਾਹਿਬ ਜੀ ਦੇ ਪਹਿਲੇ ਪੋਟੇ ਤੋਂ ਰੱਖ ਕੇ ਜਦੋਂ ਟੱਪ ਮਾਰਿਆ, ਇਤਿਹਾਸ ਹੈ ਸਾਡਾ ਕਿ ਭਾਈ ਸਾਹਿਬ ਨੇ ਆਪਣੇ ਮੁਖ ਤੋਂ ਸ਼ਬਦ ਕਹੇ, ਸੀ ਤੇ ਹਾਏ ਨਹੀਂ ਕਹੀ। ਆਪਣੇ ਮੁਖ ਤੋਂ ਕਹਿੰਦੇ ਆ, ਗੌੜੀ ਸੁਖਮਨੀ ਮਹੱਲਾ ਪੰਜਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹਿ। ਇਉਂ ਬਾਣੀ ਪੜਨ ਲੱਗ ਗਏ ਜਿਵੇਂ ਕੋਈ ਬਹੁਤ ਪਿਆਰ ਤੇ ਰਸ ਨਾਲ ਸਮਾਧੀ ਵਿੱਚ ਲੀਨ ਹੋਇਆ ਆਨੰਦ ਮਾਣਦਾ ਹੈ। ਉਂਗਲਾਂ ਦੇ ਜੋੜ ਸੰਧ ਛੁੱਟਦੇ ਹੋਏ ਇੱਕ ਇੱਕ ਉਂਗਲ ਦਾ ਸੰਧ ਛਡਾਇਆ ਗਿਆ। ਭਾਈ ਸਾਹਿਬ ਜੀ ਰਸ ਨਾਲ ਬਾਣੀ ਪੜ੍ਹ ਰਹੇ ਹੈ। ਜਦੋਂ ਸੱਜੀ ਬਾਜੂ ਦਾ ਮੋਢਾ ਕੱਟ ਦਿੱਤਾ ਗਿਆ, ਭਾਈ ਸਾਹਿਬ ਤਾਂ ਵੀ ਰਸ ਨਾਲ ਬਾਣੀ ਪੜ੍ਹ ਰਹੇ ਹੈ। ਟੁਕੜੇ ਟੁਕੜੇ ਬਾਂਹ ਦੇ ਕਰਕੇ ਲਾਗੇ ਪਏ ਟੋਕਰੇ ਵਿੱਚ ਪਾ ਦਿੱਤੇ ਹੈ। ਕਿਸੇ ਘੱਟ ਦਿਲ ਵਾਲੇ ਮਨੁੱਖ ਦਾ ਆਪਣਾ ਅੰਗ ਤਾਂ ਕੀ, ਜੇ ਕੋਈ ਦੂਸਰੇ ਦਾ ਅੰਗ ਹੀ ਕੱਟਿਆ ਵੇਖ ਲੇ ਤਾਂ ਉਹ ਬੇਹੋਸ਼ ਹੋ ਜਾਂਦਾ ਵੇਖ ਕੇ। ਭਾਈ ਸਾਹਿਬ ਇੱਕ ਰਸ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਰਹੇ ਹੈ, ਪਰ ਕੋਈ ਮਨ ਦੇ ਅੰਦਰ ਖੋਭ ਨਹੀਂ ਹੈ। ਚਿਹਰੇ ਤੇ ਉਵੇਂ ਹੀ ਲਾਲੀ ਦਗ ਰਹੀ ਹੈ। ਇਹ ਹੈ ਨਾਮ ਦੀ ਪ੍ਰੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਾਣੀ ਦੇ ਅੰਦਰ ਉਦਾਹਰਨਾਂ ਦੇ ਕਰਕੇ ਦੱਸਿਆ ਹੈ ਕਿ ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਸੱਚੇ ਪਾਤਸ਼ਾਹ ਨੇ ਪ੍ਰੀਤ ਦੱਸੀ ਹੈ। ਨਾਦ ਕੁਰੰਕੇ ਵਿਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਇਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਇਹੋ ਜਿਹਾ ਪਿਆਰ, ਇਹ ਪ੍ਰੀਤਾਂ ਇੱਕ ਅੰਗੀ ਨੇ। ਗੁਰੂ ਕਲਗੀਧਰ ਜੀ ਦਾ ਇਹਦੇ ਵਿੱਚ ਵਾਸ ਹੈ ਸੱਚੇ ਪਾਤਸ਼ਾਹ ਦਾ। ਹਜੂਰ ਇੰਨਾ ਪਿਆਰ ਦੇ ਰਹੇ ਹੈ। ਭਾਈ ਮਨੀ ਸਿੰਘ ਸਾਹਿਬ ਨੂੰ ਪ੍ਰਤੱਖ ਹਨ ਦਸਵੇਂ ਪਾਤਸ਼ਾਹ। ਜਦੋਂ ਸਤਿਗੁਰੂ ਜੀ ਪ੍ਰਤੱਖ ਨੇ ਤੇ ਫਿਰ ਉਹਨਾਂ ਨੂੰ ਸਰੀਰ ਦਾ ਦੁੱਖ ਕਿਵੇਂ ਪਹੁੰਚ ਸਕਦਾ ਹੈ। ਭਾਈ ਸਾਹਿਬ ਦੀ ਖੱਬੀ ਬਾਜੂ ਦੇ ਵੀ ਉਂਗਲਾਂ ਤੋਂ ਰੱਖ ਰੱਖ ਕੇ ਬੰਦ ਛਡਵਾ ਦਿੱਤਾ ਗਿਆ। ਗਿਆਨੀ ਗਿਆਨ ਸਿੰਘ ਜੀ ਬੜੇ ਵਿਸਥਾਰ ਪੂਰਵਕ ਲਿਖਦੇ ਆ ਕਿ ਫਿਰ ਖੱਬੀ ਲੱਤ ਦੇ ਬੰਦ ਛਡਵਾਏ ਗਏ। ਚੂਲੇ ਤੋਂ ਰੱਖ ਕੇ ਜਦੋਂ ਟੱਪ ਮਾਰਿਆ ਗਿਆ, ਉਦੋਂ ਵੀ ਸਰੀਰ ਅੰਦਰ ਸਵਾਸ ਚੱਲਦੇ ਆ, ਮੁਖ ਤੋਂ ਬਾਣੀ ਚੱਲ ਰਹੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਤਾਂ ਜ਼ਿਕਰ ਕੀਤਾ ਕਿ 20 ਅਸ਼ਟਪਦੀਆਂ ਆਪ ਨੇ ਸੰਪੂਰਨ ਕਰ ਲਈਆਂ ਸੀਗੀਆਂ ਜਦੋਂ ਆਪ ਦੇ ਸਿਰ ਦੇ ਬੰਦ ਛਡਾਉਣ ਦਾ ਵਕਤ ਆਇਆ। ਮਹਾਂਪੁਰਖਾਂ ਨੇ ਕਥਾ ਵਿੱਚ ਜ਼ਿਕਰ ਕੀਤਾ ਹੈ ਕਿ 4 ਅਸ਼ਟਪਦੀਆਂ ਸੰਪੂਰਨ ਹੋਈਆਂ ਸੀ। ਰਹੁ ਵਿਚਾਰ ਹੈ, ਪਰ ਸਿੱਖ ਦੀ ਪ੍ਰੀਤ ਹੈ ਬਾਣੀ ਦੇ ਅੰਦਰ। ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹ ਨਾਮ ਦੀ ਬਾਣੀ ਦੀ ਪ੍ਰੀਤ ਪ੍ਰਗਟ ਕਰਕੇ ਦਿਖਾਈ ਹੈ। ਜਦੋਂ ਖੱਬੀ ਲੱਤ ਦਾ ਵੀ ਚੂੜਾ ਕੱਟ ਦਿੱਤਾ ਗਿਆ, ਭਾਈ ਸਾਹਿਬ ਦਾ ਕੇਵਲ ਸ਼ੀਸ਼ ਦਾ ਬੰਦ ਰਹਿ ਗਿਆ, ਧੌਣ ਦਾ ਸੰਦ ਰਹਿ ਗਿਆ ਕੇਵਲ। ਪਰ ਉਦੋਂ ਵੀ ਬਾਣੀ ਦਾ ਜਾਪ ਹੋ ਰਿਹਾ ਹੈ। ਜਦੋਂ ਜਲਾਦਾਂ ਨੇ ਭਾਈ ਸਾਹਿਬ ਦਾ ਸੀਸ ਵੀ ਕੱਟ ਦਿੱਤਾ, ਟੁਕੜੇ ਟੁਕੜੇ ਕਰਕੇ ਸਰੀਰ ਦੇ ਟੋਕਰੇ 'ਚ ਪਾ ਦਿੱਤੇ ਐ, ਤਾਂ ਵੀ ਉਹਨਾਂ ਟੁਕੜਿਆਂ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਸਾਧ ਸੰਗਤ ਜੀ, ਕਈ ਸੰਸਾਰੀ ਪੱਧਰ ਤੇ ਜੀਵਨ ਜਿਉਣ ਵਾਲੇ ਇਸ ਗੱਲ ਤੇ ਸ਼ੰਕਾ ਕਰ ਲੈਂਦੇ ਐ ਕਿ ਜੀ ਟੁਕੜਿਆਂ ਵਿੱਚੋਂ ਕਿਵੇਂ ਆਵਾਜ਼ ਆ ਸਕਦੀ ਹੈ। ਤੇ ਦੀਵਾਨ ਮਤੀ ਦਾਸ ਜੀ ਦੇ ਸੀਸ ਤੇ ਆਰਾ ਫਿਰਦਾ ਸੀ, ਜਦੋਂ ਜ਼ਬਾਨ ਵੀ ਕੱਟੀ ਗਈ ਸੀ ਅੱਧ ਵਿਚਕਾਰੋਂ, ਉਦੋਂ ਕਿਵੇਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਜਦੋਂ ਪੰਚ ਪ੍ਰਵਾਨ ਦੀ ਪੌੜੀ ਆਈ ਸੀ ਤੇ ਆਰੇ ਨੇ ਸਰੀਰ ਨੂੰ ਦਫਾੜਾ ਕਰ ਦਿੱਤਾ ਸੀ। 2 ਹਿੱਸੇ ਹੋ ਗਏ ਸਰੀਰ ਦੇ, ਤੇ ਭਾਈ ਸਾਹਿਬ ਲਿਖਦੇ ਆ, ਦੋਨੋਂ ਤਨ ਤੇ ਜਪਜੀ ਪੜੈ, ਦੇਖਤ ਸਭ ਕੇ ਅਚਰਜ ਬੜੈ। ਦੋਹਾਂ ਸ਼ਰੀਰਾਂ ਤੋਂ ਜਪਜੀ ਸਾਹਿਬ ਦੀ ਆਵਾਜ਼ ਆਉਣ ਲੱਗ ਪਈ। ਵੇਖ ਵੇਖ ਕੇ ਲੋਕ ਹੈਰਾਨ ਹੁੰਦੇ ਆ
ऐसा आश्चर्य करामात है, ਇਹੋ ਜਿਹਾ ਕੌਤਕ ਹੈ। ਕਿਉਂਕਿ ਆਪਾਂ ਸਰੀਰ ਨਾਲ ਜੋ ਕੁਝ ਕਰ ਸਕਦੇ ਹਾਂ ਉਸੇ ਤੱਕ ਹੀ ਸਾਡੀ ਬੁੱਧੀ ਸੀਮਤ ਰਹਿੰਦੀ ਹੈ, ਪਰ ਜਿਹੜਾ ਨਾਮ ਦਾ ਪ੍ਰਕਾਸ਼ ਹੈ, ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਇਹ ਅਦੁੱਤੀ ਕ੍ਰਿਸ਼ਮਾ ਹੈ। ਸੰਸਾਰ ਜਦੋਂ ਵੇਖਦਾ ਹੈ ਫਿਰ ਦੰਗ ਰਹਿ ਜਾਂਦਾ ਹੈ, ਹੈਰਾਨ ਰਹਿ ਜਾਂਦਾ ਹੈ। ਜਿਹੜਾ ਸਾਧ ਸੰਗਤ ਜੀ ਘੜਾ ਹੈ ਨਾ, ਉਹਦਾ ਨਾਮ ਹੀ ਘੜਾ ਧਰਿਆ ਹੁੰਦਾ, ਬਣਿਆ ਮਿੱਟੀ ਤੋਂ ਹੀ ਹੁੰਦਾ ਹੈ। ਗੁਰਸਿੱਖਾਂ ਨੂੰ ਸਤਿਗੁਰੂ ਜੀ ਦੇ ਉਪਦੇਸ਼ ਸਦਕਾ ਪਤਾ ਲੱਗ ਜਾਂਦਾ ਹੈ ਕਿ ਸਾਡੇ ਦੇਹਾਂ ਦਾ ਆਕਾਰ ਹੀ ਬਣਿਆ ਹੋਇਆ ਹੈ, ਕੇਵਲ ਨਾਮ ਹੀ ਧਰਿਆ ਹੋਇਆ ਸਾਡਾ। ਹਾਂ, ਅਸੀਂ ਸਤ ਚਿੱਤ ਆਨੰਦ ਸਰੂਪ। ਤੇ ਜਿਨ੍ਹਾਂ ਆਪਣੇ ਅਸਲ ਸਰੂਪ ਨੂੰ ਪਹਿਚਾਨ ਲਿਆ, ਉਹਦੇ ਸਰੀਰ ਦੇ ਅੰਦਰ ਵੀ, ਲਹੂ ਦੇ ਅੰਦਰ ਵੀ ਇੰਨੀ ਪ੍ਰੀਤ ਦੀ ਰੀਤ ਵਸ ਗਈ ਹੈ ਕਿ ਸਰੀਰ ਛੁੱਟ ਗਿਆ, ਟੁਕੜੇ ਟੁਕੜੇ ਹੋ ਗਏ, ਪਰ ਤਾਂ ਵੀ ਉਹਨਾਂ ਟੁਕੜਿਆਂ ਵਿੱਚੋਂ ਨਾਮ ਦੀ ਆਵਾਜ਼, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਆ ਰਹੀ ਹੈ। ਬਾਕੀ ਸਾਰੀਆਂ ਅਸ਼ਟਪਦੀਆਂ ਸਮੇਤ ਸ਼ਲੋਕਾਂ ਦੇ ਉਹਨਾਂ ਟੁਕੜਿਆਂ ਵਿੱਚੋਂ ਸੰਪੂਰਨ ਹੋਈਆਂ। ਤੇ ਭਾਈ ਮਨੀ ਸਿੰਘ ਸਾਹਿਬ ਦਾ ਜੀਵਨ ਹੈ, ਹੈਡ ਗ੍ਰੰਥੀ ਸੱਚਖੰਡ। ਸਿੰਘ ਸਾਹਿਬ ਜੀ ਦੀ ਕਈ ਇਹੋ ਜੀਆਂ ਸਾਡੇ ਅੰਦਰ ਅੱਜ ਵੀ ਔਕੜਾਂ ਨੇ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਕਈਆਂ ਨੂੰ ਪ੍ਰੇਤ ਪੀੜਾ ਹੋ ਜਾਂਦੀ, ਤੇ ਉਹਦੀ ਨਿਵਰਤੀ ਦੀ ਅੱਜ ਸਾਡੇ ਵਿੱਚ ਵਿਵਸਥਾ ਨਹੀਂ। ਕਈ ਸਿੱਖ ਮਜਬੂਰਨ ਮੁਸਲਮਾਨ ਮਾਦਰੀਆਂ ਕੋਲ ਚਲੇ ਜਾਂਦੇ ਆ। ਉਹ ਫਿਰ ਪੱਕਾ ਆਪਣਾ ਸੇਵਕ ਬਣਾਉਣ ਲਈ ਉਹਨਾਂ ਕੋਲ ਇੱਕ ਨਹੀਂ ਕਈ ਪ੍ਰੇਤ ਹੁੰਦੇ ਆ, ਇੱਕ ਕੱਢਦੇ ਆ ਹੋਰ ਪਾ ਦਿੰਦੇ ਆ। ਪਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹ ਵਿਵਸਥਾ ਬਣਾਈ ਸੀ ਕਿ ਪ੍ਰੇਤ ਪੀੜਾ ਤੋਂ ਕਿਵੇਂ ਬਚਿਆ ਜਾਵੇ। ਬਹੁਤ ਸਾਰੀਆਂ ਹੋਰ ਵੀ ਮੁਸ਼ਕਲਾਂ ਦਾ, ਸੰਸਾਰ ਦੇ ਅੰਦਰ ਆਉਂਦੀਆਂ ਕਠਿਨਾਈਆਂ ਦਾ ਗੁਰਬਾਣੀ ਦੁਆਰਾ ਕਿਵੇਂ ਹੱਲ ਹੋਵੇ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਨਾਲ ਸਾਧ ਸੰਗਤ ਜੀ ਜਦੋਂ ਆਪਣੇ ਮਨ ਦਾ ਨਿਸ਼ਚਾ ਨਹੀਂ ਹੁੰਦਾ, ਫਿਰ ਕਹਿੰਦੇ ਆ ਜੀ ਅਸੀਂ ਤਾਂ ਸਹਿਜ ਪਾਠ ਵੀ ਕਰਾਇਆ, ਪਰ ਉਹ ਤਾਂ ਸਾਨੂੰ ਉਵੇਂ ਹੀ ਪੀੜਾ ਚਿੰਬੜੀ ਹੋਈ ਹੈ। ਬਾਣੀ ਦੇ ਪੜਨ ਵਿੱਚ ਵੀ ਜੇ ਕਰਕੇ ਆਪਾਂ ਮਰਿਆਦਾ ਨਹੀਂ ਰੱਖੀਏ, ਜੀਵਨ ਵਾਲੇ ਸਿੰਘ ਨਾ ਹੋਣ, ਤਾਂ ਫਿਰ ਉਹਦਾ ਅਸਰ ਜਿਸ ਭਾਵਨਾ ਨਾਲ ਕੀਤਾ ਜਾ ਰਿਹਾ ਜਾਂ ਜਿਹਦੇ ਪਰਥਾਏ ਕੀਤਾ ਜਾ ਰਿਹਾ, ਉਹਦਾ ਲਾਭ ਕਿਵੇਂ ਪ੍ਰਾਪਤ ਹੋਵੇ। ਭਾਈ ਸਾਹਿਬ ਨੇ ਇਹੋ ਜਿਹੀਆਂ ਬੜੀਆਂ ਹਦਾਇਤਾਂ ਲਿਖੀਆਂ ਸਨ। ਤੇ ਅੱਜ ਕੱਲ ਜੇ ਕਿਸੇ ਨੂੰ ਕੁਝ ਕਹੀਏ, ਪਹਿਲਾਂ ਪੁੱਛਦੇ ਆ ਜੀ ਕਿੱਥੇ ਲਿਖਿਆ ਹੋਇਆ। ਜਿਹੜਾ ਸਤਿਗੁਰਾਂ ਜੀ ਦਾ ਉਪਦੇਸ਼ ਹੈ, ਇਹ ਸੀਨੇ ਬਸੀਨੇ ਵੀ ਚੱਲਦਾ ਆ ਰਿਹਾ ਹੈ ਤੇ ਲਿਖਤ ਰੂਪ ਵਿੱਚ ਵੀ ਚੱਲਦਾ ਆ ਰਿਹਾ। ਬਹੁਤ ਕੁਛ ਤਾਂ ਮਹਾਰਾਜ ਜੀ ਨੇ ਲਿਖਤ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਪਰ ਜੋ ਸੀਨੇ ਬਸੀਨੇ ਚਲਿਆ ਆਉਂਦਾ ਹੈ, ਹਰੇਕ ਗੱਲ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿੱਥੇ ਲਿਖਿਆ ਹੋਇਆ ਦੱਸੋ। ਕੁਝ ਰਵਾਇਤਾਂ ਨੇ ਗੁਰੂ ਘਰ ਦੀਆਂ ਜਿਹੜੀਆਂ ਸ਼ੁਰੂ ਤੋਂ ਹੀ ਚਲੀਆਂ ਆ ਰਹੀਆਂ, ਉਹ ਅੱਗੇ ਤੋਂ ਅੱਗੇ ਪ੍ਰਵਿਰਤ ਹੁੰਦੀਆਂ ਨੇ। ਇਸ ਕਰਕੇ ਮਨ ਦਾ ਹੱਠ ਛੱਡ ਕੇ ਸਾਨੂੰ ਵੀ ਬਾਣੀ ਵਿੱਚ ਪ੍ਰੀਤ ਲਾ ਕੇ ਵੇਖਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਜਿਹੜਾ ਵੀ ਕੋਈ ਭਾਵਨਾ ਲਾ ਕੇ, ਪ੍ਰੇਮ ਲਾ ਕੇ ਕਮਾਉਂਦਾ ਹੈ, ਮਹਾਰਾਜ ਉਹਨੂੰ ਹੀ ਇਹ ਦਾਤ ਬਖਸ਼ਿਸ਼ ਕਰ ਦਿੰਦੇ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਾਹੌਰ ਦੇ ਅੰਦਰ ਸ਼ਹਾਦਤ ਪ੍ਰਾਪਤ ਕੀਤੀ ਹੈ। ਤੇ ਭਾਈ ਸਾਹਿਬ ਦੀ ਸ਼ਹਾਦਤ ਜਿਹੜੀ ਸੀ ਨਾ, ਪੰਥ ਦੇ ਅੰਦਰ ਬੜਾ ਰੋਹ ਆ ਗਿਆ। ਫਿਰ ਬੜਾ ਰੋਹ ਆਇਆ ਪੰਥ ਨੂੰ ਕਿ ਏਡੇ ਵੱਡੇ ਸਾਡੇ ਦਰਵੇਸ਼ ਨੂੰ ਇੰਨੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ। ਤੇ ਜਿਹੜੀ ਰੋੜੀ ਸਾਹਿਬ ਦੀ ਲੜਾਈ ਹੋਈ ਨਾ, ਸ਼ਾਇਦ ਉਹ ਯੁੱਧ ਨਾ ਹੁੰਦਾ ਜਦੋਂ ਜਸਪਤ ਰਾਏ ਨੇ ਹਾਥੀ ਤੇ ਚੜਿਆ ਹੋਇਆ ਇਹ ਬੋਲ ਕਹੇ ਕਿ ਉਹ ਤੁਹਾਡਾ ਵੱਡਾ ਜਿਹੜਾ ਸੀਗਾ ਮਨੀ ਸਿੰਘ, ਕੀ ਕਰ ਲਿਆ ਤੁਸੀਂ ਸਾਡਾ, ਉਹਦਾ ਅਸੀਂ ਟੁਕੜੇ ਟੁਕੜੇ ਕਰਕੇ ਮਾਰਿਆ। ਬਸ ਸਿੰਘਾਂ ਨੂੰ ਜੋਸ਼ ਚੜ ਗਿਆ ਭਾਈ ਮਨੀ ਸਿੰਘ ਸਾਹਿਬ ਦੀ ਸ਼ਹਾਦਤ ਸੁਣ ਕੇ। ਤੇ ਫਿਰ ਜਸਪਤ ਰਾਏ ਦਾ ਕੀ ਹਾਲ ਕੀਤਾ, ਏਡੀ ਵੱਡੀ ਸੈਨਾ ਲੈ ਕੇ ਆਇਆ ਸੀ,
ਸਿਰ ਲਾ ਕੇ ਹਾਥੀ ਦੀ ਅੰਬਾਰੀ ਚੋਂ ਕੱਦੂ ਵਾਂਗੂ ਉਤਾਰ ਕੇ ਧਰਤੀ ਤੇ ਸਿੱਟ ਦਿੱਤਾ ਸੀ। ਰੋੜੀ ਸਾਹਿਬ ਗੁਰੂ ਸਾਹਿਬ ਦੀ ਪਵਿੱਤਰ ਯਾਦਗਾਰ। ਸਾਧ ਸੰਗਤ ਜੀ, ਭਾਈ ਮਨੀ ਸਿੰਘ ਸਾਹਿਬ ਜੀ ਦੀ ਇਹ ਸ਼ਹਾਦਤ, ਭਾਈ ਸਾਹਿਬ ਨੇ ਏਡਾ ਸੋਹਣਾ ਜੀਵਨ ਜੀਵਿਆ। ਗੁਰੂ ਸਾਹਿਬ ਦੀ ਸਿੱਖਿਆ ਕਿ ਜੇ ਜ਼ਿੰਦਗੀ ਜੀਵੋ ਤੇ ਇਹੋ ਜੀ ਜੀਵੋ ਕਿ ਜੀਆਂ ਨੂੰ ਜੀਵਨ ਦੇ ਜਿਉਣ ਦੀ ਜੁਗਤ ਮਿਲੇ, ਜਿਉਣ ਦੀ ਸੇਧ ਪ੍ਰਾਪਤ ਹੋਵੇ ਤੇ ਮਰਨਾ ਵੀ ਇਹੋ ਜਿਹਾ ਹੋਵੇ ਜਿਹੜਾ ਸਦਾ ਲਈ ਅਮਰ ਤੇ ਅਟਲ ਹੋ ਜਾਓ, ਦੁਨੀਆ ਦੇ ਲੋਕਾਂ ਨੂੰ ਮਰਨ ਦੀ ਜਾਚ ਸਿਖਾ ਦੇ ਕਿ ਆਪਣੇ ਇਸ਼ਟ ਤੋਂ ਕਿਵੇਂ ਕੁਰਬਾਨ ਹੋਈਦਾ। ਭਾਈ ਸਾਹਿਬ ਨੇ ਹੱਸ ਕੇ ਆਪਣੇ ਬੰਦ ਛੁਡਵਾਏ। ਅੱਜ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ। ਕੱਲ ਦੇ ਦਿਨ ਇੱਥੇ, ਅੱਜ ਦੇ ਦਿਨ ਭਾਰਤ ਦੇ ਅੰਦਰ, ਤੇ ਸਿੰਘਾਂ ਦੀ ਇੱਛਾ ਸੀ, ਮੈਨੂੰ ਫੋਨ ਆਇਆ ਕਿ ਅੱਜ ਤੁਸੀਂ ਕਥਾ ਜਿਹੜੀ ਹੈ ਭਾਈ ਸਾਹਿਬ ਦੀ ਸ਼ਹਾਦਤ ਦੀ ਅੱਜ ਹੀ ਜ਼ਰੂਰ ਕਰੋ। ਤੇ ਸਿੰਘਾਂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਸਾਹਿਬ ਦੀ ਸ਼ਹਾਦਤ ਤੇ ਅੱਜ ਆਪਾਂ ਸਾਂਝ ਪਾਈ ਹੈ।